ਵਾਹਿਗੁਰੂ 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 गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबानां ने, भगतां ने, संत साधु जनां ने उपदेश बख्शिश कीता है। अज का जो दिहाड़ा है मगर महीने की संगरांद, हुण जदों आपां गुरु घर आउंदे हां, इत्थे आया नूं सानूं सतगुरु जो उपदेश बख्शिश करदे ने, फिर वो उपदेश नूं आपां सुण के मनना हुंदा, कमाउणा हुंदा। जे हुण असीं गुरु घर आउंदे हां, इत्थे आके सिर्फ मत्था टेकण तक सीमित रहने, फिर जो सानू उपदेश दिंदे असीं वो उपदेश नूं सुणदे नहीं, मनदे नहीं, फिर साडा जिहड़ा जीवन है उहदे विच कोई बदलाव नहीं आउंदा, साडा मन बदलेगा नहीं। साडे अंदर जो वैर विरोध ईर्खा नफरत है, मैं हंकार है, खत्म नहीं होएगा, ये जाएगा नहीं। सो इस वास्ते फिर आपां नूं समझाउंदे भी असीं जो ये दिन दिहाड़े मनाउने, इन्हां दा मकसद यही है बई जो सानू गुरु साहब उपदेश दे रहे, वो उपदेश नूं सुण के असीं मन्नीए ते कमाईए, ताकि साडे जीवन का जो असल मकसद है वो पूरा हो सके, जिस वास्ते सानू ये मानस जामा मिले। महाराज हुण आपां नूं अज दे महीने विच जो उपदेश बख्शिश करदे ने, सतगुरु समझाउंदे भी मगर दे महीने दे विच वो जीव इस्त्रियां, वो मानव सुरतियां, ਉਹ ਮਨ ਸੋਹਣੇ ਹੋ ਗਏ, ਸੁਰਤੀਆਂ ਸੋਹਣੀਆਂ ਹੋ ਗਈਆਂ, ਜਿਹੜੀਆਂ ਪਰਮਾਤਮਾ ਹਰੀ ਦੇ ਨਾਲ ਬਹਿੰਦੀਆਂ, ਜਿਹੜੇ ਗੁਰਮੁਖ ਮਾਲਕ ਦੇ ਸਨਮੁਖ ਨੇ, ਪਰਮਾਤਮਾ ਦੇ ਜਿਹੜੇ ਮਾਲਕ ਦੇ ਨਾਲ ਰਹਿੰਦੇ, ਮਾਲਕ ਨੂੰ ਦੇਖਦੇ। ਸਤਿਗੁਰੂ ਫਰਮਾਉਂਦੇ, ਮਗਰ ਮਾਹੀ ਸਹਾਂਦੀਆਂ ਹਰ ਪੈਰ ਸੰਗ ਬੈਠੜੀਆਂ। ਬਈ ਮਗਰ ਦੇ ਮਹੀਨੇ ਦੇ ਵਿੱਚ ਉਹ ਗੁਰਮੁਖ, ਉਹ ਮਨ, ਉਹ ਸੁਰਤੀਆਂ ਸੋਹਣੀਆਂ ਲੱਗਦੀ।
ਹੁਣ ਜਦੋਂ ਆਪਾਂ ਮਾਲਕ ਪਰਮਾਤਮਾ ਨੂੰ ਸੱਜਣ ਵੀ ਆਖੀਏ, ਹਰੀ ਨੂੰ, ਵਾਹਿਗੁਰੂ ਨੂੰ, ਜਦੋਂ ਅਸੀਂ ਉਹ ਸੱਜਣ ਦੇ ਸਨਮੁਖ ਹੋ ਕੇ ਬੈਠਦੇ ਹਾਂ, ਸਾਡਾ ਜਿਹੜਾ ਮਨ ਹੈ ਉਹ ਸੋਹਣਾ ਲੱਗਦਾ। ਫਿਰ ਜਿਸ ਵਰਥਾਏ ਮਾਰੇ ਫਰਮਾਉਂਦੇ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠੇ ਹਾਂ ਸੋਹੀਏ ਸਭਨਾ ਦਾ ਵੀ ਸਾਹੂ। ਬਈ ਜਦੋਂ ਅਸੀਂ ਮਾਲਕ ਦੇ ਸਨਮੁਖ ਹੋਵਾਂਗੇ, ਹੁਣ ਤਾਂ ਅਸੀਂ ਪਰਮਾਤਮਾ ਨੂੰ ਦੇਖਦੇ ਨਹੀਂ, ਕਿਉਂਕਿ ਸਾਡੇ ਤੇ ਮਾਲਕ ਦੇ ਵਿੱਚ ਪੜਦਾ ਪਿਆ ਹੋਇਆ ਭਰਮ ਦਾ ਹਉਮੈਂ, ਉਹ ਵਿੱਚ ਪੜਦਾ ਹੋਣ ਕਰਕੇ ਮਾਲਕ ਸਾਹਮਣੇ ਹੁੰਦਾ ਹੋਇਆ ਵੀ ਵਾਹਿਗੁਰੂ ਸਾਨੂੰ ਦਿਖਾਈ ਨਹੀਂ ਦਿੰਦਾ। ਸਾਡੇ ਅੰਦਰ ਵੀ ਉਹਦੀ ਜੋਤ ਹੈ, ਨਾ ਤਾਂ ਸਾਨੂੰ ਅੰਦਰ ਦਿਸਦਾ ਹੈ, ਨਾ ਸਾਨੂੰ ਬਾਹਰ ਨਜ਼ਰ ਆਉਂਦਾ। ਸੋ ਇਸ ਲਈ ਫਿਰ ਮਹਾਰਾਜ ਗੁਰੂ ਦੀ ਮਹਿਮਾ ਵਡਿਆਈ ਕਰਦੇ ਹੋਏ ਸਾਨੂੰ ਸਮਝਾਉਂਦੇ ਵੀ ਬਾਹਰੀ ਸੰਸਾਰ ਦਾ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਬਈ ਜਦ ਤੱਕ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਨਾ ਤਾਂ ਸਾਨੂੰ ਪਰਮਾਤਮਾ ਵਾਹਿਗੁਰੂ ਅੰਦਰ ਦਿਸਦਾ ਹੈ, ਨਾ ਸਾਨੂੰ ਬਾਹਰ ਨਜ਼ਰ ਆਉਂਦਾ। ਇਸ ਲਈ ਫਿਰ ਮਹਾਰਾਜ ਗੁਰੂ ਦੀ ਮਹਿਮਾ ਕਰਦੇ, ਜੇ ਸੋ ਚੰਦਾ ਉਗਵੇ ਸੂਰਜ ਜੜੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਹਰੀ ਗਿਆਨ ਦੀ ਗੱਲ ਕਰਦੇ ਵੀ ਜਿਵੇਂ ਹਜ਼ਾਰਾਂ ਸੂਰਜ ਚੜ੍ਹੇ ਹੋਣ, ਚੰਦਰਮਾ ਚੜ੍ਹੇ ਹੋਣ, ਪਰ ਗੁਰੂ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਗਿਆਨਤਾ, ਸਾਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ, ਵਾਹਿਗੁਰੂ ਦਿਸਦਾ ਨਹੀਂ। ਸੋ ਬਾਹਰੀ ਗਿਆਨ ਫਿਰ ਸਾਡੇ ਕਿਸੇ ਕੰਮ ਦਾ ਨਹੀਂ ਹੈ, ਜਿਹਦੇ ਨਾਲ ਸਾਡੇ ਅੰਦਰ ਹਉਮੈ ਹੰਕਾਰ ਹੀ ਵੱਧਦਾ ਹੈ, ਜਿਹਦੇ ਨਾਲ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਵੱਧਦਾ ਹੈ, ਵੀ ਸਾਨੂੰ ਅੰਦਰ ਦਾ ਭੇਤ ਨਹੀਂ ਆਉਂਦਾ, ਸੋਝੀ ਨਹੀਂ ਆਉਂਦੀ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇੱਕ ਤਾਂ ਉਹ ਗੁਰਮੁਖ ਨੇ ਜਿਨ੍ਹਾਂ ਨੇ ਸਤਸੰਗਤ ਕੀਤੀ, ਗੁਰੂ ਦੀ ਸ਼ਰਨ 'ਚ ਗਏ, ਮਾਲਕ ਦੇ ਸਨਮੁਖ ਹੋ ਗਏ ਪਰਮਾਤਮਾ 'ਚ, ਜਿਨ੍ਹਾਂ ਦਾ ਭਰਮ ਦਾ ਪੜਦਾ ਪਾਸੇ ਹਟ ਗਿਆ, ਉਹ ਫਿਰ ਮਾਲਕ ਦੇ ਸਨਮੁਖ ਹੋ ਕੇ ਬਹਿੰਦੇ, ਅਤੇ ਉਹਨਾਂ ਦੀ ਜਿਹੜੀ ਸੋਭਾ, ਉਹਨਾਂ ਗੁਰਮੁਖਾਂ ਦੀ ਵਡਿਆਈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਦੱਸੀ ਨਹੀਂ ਜਾ ਸਕਦੀ। ਮਾਰੇ ਕਹਿੰਦੇ ਤੈਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਬਈ ਜਿਨ੍ਹਾਂ ਨੂੰ ਉਹ ਸਾਹਿਬ ਮਾਲਕ ਵਾਹਿਗੁਰੂ ਨੇ ਆਪਦੇ ਨਾਲ ਮਿਲਾ ਲਿਆ, ਬਈ ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਆਖੀ ਨਹੀਂ ਜਾ ਸਕਦੀ, ਕਿਉਂਕਿ ਉਹਨਾਂ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਹਰੀ ਤੇ ਹਰੀ ਦਾ ਜਨ ਜਿਹੜਾ ਮਾਲਕ ਨੂੰ ਮਿਲ ਗਿਆ, ਉਹ ਦੋਵੇਂ ਇੱਕ ਰੂਪ ਹੋ ਜਾਂਦੇ। ਜਿਵੇਂ ਜਲ ਦੇ ਵਿੱਚੋਂ ਲਹਿਰ ਉੱਠਦੀ ਤਰੰਗ ਪਾਣੀ 'ਚ, ਉਹ ਵਾਪਸ ਫੇਰ ਪਾਣੀ ਦੇ ਵਿੱਚ ਹੀ ਸਮਾ ਜਾਂਦੀ, ਉਹਦਾ ਹੀ ਰੂਪ ਹੋ ਜਾਂਦੀ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਹਰ ਹਰ ਜਨ ਦੋਈ ਏਕ ਹੈ, ਦੇਵ ਵਿਚਾਰ ਕਿਛ ਨਾਹੀਂ, ਜਲ ਤੇ ਉਪਜੇ ਤਰੰਗ, ਜਿਉ ਜਲ ਹੀ ਵਿਖੇ ਸਮਾਹੀ। ਬਈ ਜਦੋਂ ਅਸੀਂ ਮਾਲਕ ਵਾਹਿਗੁਰੂ ਨੂੰ ਮਿਲ ਗਏ, ਆਪਦੇ ਮੂਲ ਨੂੰ ਮਿਲ ਗਏ, ਸਾਡੀ ਉਹਦੇ ਵਿੱਚ ਜੋਤ 'ਚ ਜੋਤ ਸਮਾ ਜਾਂਦੀ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ, ਅਤੇ ਉਹਨੂੰ ਅਸੀਂ ਪਾਣੀ ਨੂੰ ਮੁੜ ਕੇ ਉਹ ਤੋਂ ਵੱਖਰਾ ਨਹੀਂ ਕਰ ਸਕਦੇ, ਅੱਡ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਮਾਲਕ ਦੇ ਸਨਮੁਖ ਹੋ ਗਏ, ਜਿਨ੍ਹਾਂ ਦਾ ਮਿਲਾਪ ਹੋ ਗਿਆ, ਉਹ ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਸਮਾ ਜਾਂਦੇ। ਸਮਾਉਂਦੇ ਉਹ ਜਿਨ੍ਹਾਂ 'ਤੇ ਫਿਰ ਗੁਰੂ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਇਹ ਯੋਗਤੀ ਆ ਗਈ, ਜਿਨ੍ਹਾਂ ਨੂੰ ਇਹ ਤਰੀਕਾ ਆ ਗਿਆ ਵੀ ਮਾਲਕ ਦੇ ਸਨਮੁਖ ਕਿਵੇਂ ਹੋਣ। ਫਿਰ ਉਹਨਾਂ ਪਰਥਾਏ ਮਾਰੇ ਫਰਮਾਉਂਦੇ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੈ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ,
ਜਿਉਂ ਪਾਣੀ ਸੰਗ ਪਾਣੀ। ਬਈ ਗੁਰਮੁਖ ਇਸ ਤਰ੍ਹਾਂ ਮਾਲਕ 'ਚ ਲੀਨ ਹੋ ਜਾਂਦੇ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਅਤੇ ਫਿਰ ਉਹਨੂੰ ਅਸੀਂ ਅੱਡ ਨਹੀਂ ਕਰ ਸਕਦੇ। ਇਹ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਹਰੀ ਦੇ ਜਨ ਅਤੇ ਪਰਮਾਤਮਾ, ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ ਹੈ। ਜਿਹੜਾ ਹਰੀ ਦਾ ਸੇਵਕ ਹੈ ਉਹ ਹਰੀ ਵਰਗਾ ਹੀ ਹੈ। ਸਾਨੂੰ ਫਰਮਾਉਂਦੇ ਹਰ ਕਾ ਸੇਵਕ ਸੋ ਹਰ ਹੀ ਜਿਹਾ, ਭੇਦ ਨ ਜਾਣੋ ਮਾਨਸ ਦੇਹਾ। ਬਈ ਜਿਹੜਾ ਮਾਲਕ ਦਾ ਸੇਵਕ ਹੈ, ਜਿਹੜਾ ਉਹਦਾ ਨੌਕਰ ਹੈ, ਜਿਹੜਾ ਉਹਦਾ ਚਾਕਰ, ਉਹਦੇ ਤੇ ਪਰਮਾਤਮਾ 'ਚ ਕੋਈ ਫਰਕ ਨਾ ਸਮਝ, ਕਿਉਂਕਿ ਉਹਨਾਂ ਦੇ ਸਰੀਰ ਦਾ ਇਸਤੇਮਾਲ ਮਾਲਕ ਖੁਦ ਕਰਦਾ, ਪਰਮਾਤਮਾ। ਜਦੋਂ ਸਾਡਾ ਮਨ ਘਰ 'ਚ ਬੈਠ ਜਾਂਦਾ, ਫਿਰ ਗੁਰਮੁਖਾਂ ਦੇ ਮੁਖ ਰਾਹੀਂ ਆਪ ਬੋਲਤ, ਉਹਨਾਂ ਦੀ ਦ੍ਰਿਸ਼ਟੀ ਰਾਹੀਂ ਉਹ ਆਪ ਦੇਖਦਾ ਮਾਲਕ। ਫਿਰ ਉਦੋਂ ਕਹਿੰਦੇ ਸੁਨ ਸਹਿਜ ਮੇ ਰਿਹਾ ਸਮਾਏ, ਮਨ ਮੱਧੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਫਿਰ ਜੋ ਵੀ ਸਤਿਗੁਰੂ ਸਾਨੂੰ ਸਮਝਾਉਣਾ ਚਾਹੁੰਦੇ, ਵਾਹਿਗੁਰੂ ਅਕਾਲ ਪੁਰਖ ਜੋ ਸਾਨੂੰ ਉਪਦੇਸ਼ ਦੇਣਾ ਚਾਹੁੰਦੇ, ਫਿਰ ਉਹਨਾਂ ਗੁਰਮੁਖਾਂ ਦੇ ਮੁਖ ਰਾਹੀਂ ਦਿੰਦੇ, ਉਹਨਾਂ ਰਾਹੀਂ ਸਾਨੂੰ ਸਮਝਾਉਂਦੇ। ਸੋ ਇਸ ਲਈ ਫਿਰ ਕਹਿੰਦੇ ਵੀ ਉਹਨਾਂ ਦੀ ਸੋਭਾ, ਗੁਰਮੁਖਾਂ ਦੀ, ਉਹਨਾਂ ਦੀ ਵਡਿਆਈ ਆਖੀ ਨਹੀਂ ਜਾ ਸਕਦੀ। ਵੀ ਜਿਨ੍ਹਾਂ ਨੂੰ ਮਾਲਕ ਨੇ ਆਪਦੇ ਨਾਲ ਮਿਲਾ ਲਿਆ, ਮਿਲਾ ਕੇ ਜਿਨ੍ਹਾਂ ਦੇ ਮੁਖ ਰਾਹੀਂ, ਜਿਨ੍ਹਾਂ ਦੀ ਰਸਨਾ 'ਤੇ ਆਪ ਬੋਲਦਾ, ਜਿਨ੍ਹਾਂ ਦੀ ਦ੍ਰਿਸ਼ਟੀ ਦਾ ਆਪ ਇਸਤੇਮਾਲ ਕਰਦਾ, ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਆਖੀ ਨਹੀਂ ਜਾ ਸਕਦੀ, ਕਹਿਣੀ ਕਥਨੀ ਤੋਂ ਬਾਹਰ। ਸੋ ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਫਿਰ ਸੰਤ, ਸਾਧੂ, ਭਗਤ, ਗੁਰਮੁਖ, ਗੁਰਸਿੱਖ, ਬ੍ਰਹਮ ਗਿਆਨੀ, ਇਹਨਾਂ ਨਾਮਾਂ ਦੇ ਨਾਲ ਨਵਾਜੇ ਹੈਗੇ। ਉਹ ਉਹਨਾਂ ਨੂੰ ਭਗਤ ਆਖੇ। ਇਹਦੇ ਭਗਤ ਅਕਾਲ ਪੁਰਖ ਪਰਮੇਸ਼ਰ 'ਤੇ। ਭਗਤਾਂ ਦਾ ਭੋਜਨ ਕੀ ਹੈ ਨਾਮ, ਤੇ ਭਗਤ ਪਹਿਨਦੇ ਕੀ ਨੇ ਮਾਲਕ ਦੀ ਸਿਫਤਸਲਾ, ਵਡਿਆਈ ਦਾ ਕੱਪੜਾ। ਮਹਾਰਾਜ ਕਹਿੰਦੇ ਭਗਤਾਂ ਕਾ ਭੋਜਨ ਨਾਮ ਨਰੰਜਨ, ਪਹਿਨਣ ਭਗਤ ਵਡਿਆਈ, ਨਿਜ ਘਰ ਵਾਸਾ ਸਦਾ ਹਰ ਸੇਵਨ, ਹਰ ਦਰ ਸੋਭਾ ਪਾਈ। ਭਗਤਾਂ ਦਾ ਭੋਜਨ ਨਾਮ ਹੈ ਅਤੇ ਪਹਿਨਦੇ ਮਾਲਕ ਦੀ ਸਿਫਤਸਲਾ, ਵਡਿਆਈ ਦਾ ਕੱਪੜਾ। ਉਹਨਾਂ ਦੀ ਫਿਰ ਸੋਭਾ ਮਾਲਕ ਦੇ ਘਰ ਦੇ ਵਿੱਚ, ਦਰਗਾਹ ਦੇ ਵਿੱਚ, ਉਹਨਾਂ ਦੀ ਵਡਿਆਈ ਹੈ, ਮਾਲਕ ਆਪ ਬਖਸ਼ਿਸ਼ ਕਰਦਾ। ਸੋ ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਇਹ ਵਡਿਆਈਆਂ ਸਾਨੂੰ ਉਦੋਂ ਮਿਲਦੀਆਂ ਜਦੋਂ ਫਿਰ ਅਸੀਂ ਸਾਧ ਸੰਗਤ ਕਰਦੇ। ਸਾਧ ਸੰਗਤ ਕਰਕੇ ਸਾਨੂੰ ਇਹ ਸਾਰਾ ਭੇਤ ਆਉਂਦਾ, ਸਾਨੂੰ ਸੋਝੀ ਆਉਂਦੀ, ਅਸੀਂ ਸਿਮਰਨ ਕਰਨ ਲੱਗਦੇ ਹਾਂ। ਨਹੀਂ ਤਾਂ ਪਹਿਲਾਂ ਤਾਂ ਆਪਾਂ ਸਿਮਰਨ ਕਰਦੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਿਮਰਨ ਕਰਨਾ ਕਿਵੇਂ, ਜਾਂ ਕਾਹਦੇ ਵਾਸਤੇ ਸਿਮਰਨ ਕਰਨਾ, ਜਾਂ ਗੁਰਬਾਣੀ ਨੂੰ ਪੜ੍ਹਨਾ ਕਾਹਦੇ ਵਾਸਤੇ ਪੜ੍ਹਨਾ। ਇਹ ਆਪਾਂ ਨੂੰ ਸਾਧ ਸੰਗਤ ਤੋਂ ਬਿਨਾਂ ਨਹੀਂ ਭੇਤ ਆਉਂਦਾ। ਬੇਸ਼ੱਕ ਅਸੀਂ ਸਿਮਰਨ ਕਰਦੇ ਵੀ ਆਪਦੀ ਮੱਤ ਦੁਆਰਾ, ਪਰ ਤਾਂ ਵੀ ਸਾਡਾ ਮਨ ਨਹੀਂ ਟਿਕਦਾ। ਗੁਰਬਾਣੀ ਵੀ ਪੜ੍ਹਦੇ ਹਾਂ, ਪੜ੍ਹਦੇ ਵੀ ਸਾਡਾ ਮਨ ਨਹੀਂ ਟਿਕਦਾ। ਸੋ ਇਸ ਲਈ ਫਿਰ ਇਹ ਸਾਰਾ ਭੇਤ ਸਾਨੂੰ ਸਾਧ ਸੰਗਤ ਦੇ ਵਿੱਚ ਆ ਕੇ ਮਿਲਦਾ। ਇਸ ਲਈ ਮਹਾਰਾਜ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਬਈ ਜਿਹੜਾ ਸਾਧ ਸੰਗਤ ਕਰਦੇ ਗੁਰਮੁਖ, ਸਾਧ ਸੰਗਤ 'ਚ ਆ ਕੇ ਬੈਠਦੇ, ਉਹਨਾਂ ਦਾ ਤਨ ਮਨ ਉਹ ਨਿਰਮਲ ਹੋ ਜਾਂਦਾ, ਉਹਨਾਂ ਦੇ ਮਨ ਦੀ ਮੈਲ ਉਤਰ ਜਾਂਦੀ। ਜਦੋਂ ਹੁਣ ਆਪਾਂ ਸਤਸੰਗ 'ਚ ਆ ਕੇ ਇੱਕ ਜਣਾ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਤੇ ਜਿਹੜਾ ਮਨ ਦਾ ਤਨ ਹੈ ਸੂਖਮ, ਆਹ ਤਨ ਨਹੀਂ ਸਰੀਰ, ਇਹ ਤਾਂ ਆਪਾਂ ਪਾਣੀ ਤੇ ਸਾਬਣ ਨਾਲ ਧੋਨੇ।
ਇਸੇ ਜਿਹੜੀ ਵਿਚਾਰ ਹੁੰਦੀ ਮਨ ਦੀ ਅਤੇ ਮਨ ਦੇ ਤਨ ਦੀ, ਜਿਹੜਾ ਸੂਖਮ, ਇਹ ਫਿਰ ਸ਼ਬਦ ਦੀ ਵਿਚਾਰ ਨਾਲ ਮਨ ਅਤੇ ਮਨ ਦਾ ਤਨ ਧੋਤੇ ਜਾਂਦੇ। ਮਾਰੇ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਬਈ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸੁਣਾਂਗੇ, ਸਾਡਾ ਮਨ ਅਤੇ ਮਨ ਦਾ ਤਨ ਧੋਤਾ ਜਾਏਗਾ, ਮੈਲ ਉਤਰ ਜੇਗੀ। ਸੋ ਜਦੋਂ ਸਾਡੀ ਮੈਲ ਉਤਰ ਗਈ, ਮਨ ਸਾਡਾ ਨਿਰਮਲ ਹੋ ਜਾਏਗਾ। ਜਦੋਂ ਮਨ ਨਿਰਮਲ ਹੋ ਜਾਏਗਾ, ਫਿਰ ਇਹ ਵਿਰਾਗੀ ਹੋ ਜਾਂਦਾ। ਨਿਰਮਲ ਮਨ ਦੀ ਇਹ ਨਿਸ਼ਾਨੀ ਹੈ। ਜਦੋਂ ਸਾਡਾ ਮਨ ਨਿਰਮਲ ਹੋ ਜਾਏਗਾ, ਫਿਰ ਇਹਨੇ ਵਿਰਾਗੀ ਹੋ ਜਾਣਾ। ਫਿਰ ਇਹਦਾ ਵਿਰਾਗ ਸੰਸਾਰ ਦੇ ਵਿੱਚ ਕਿਸੇ ਮਾਇਆ ਖਾਤਰ ਨਹੀਂ ਹੁੰਦਾ। ਫਿਰ ਇਹਦਾ ਵਿਰਾਗ ਹੁੰਦਾ ਮਾਲਕ ਨੂੰ ਵਿਛੋੜੇ ਦਾ ਵਿਰਾਗ, ਮਾਲਕ ਨੂੰ ਮਿਲਣ ਦੀ ਤੜਫ। ਬਈ ਜਿਹਨੇ ਮੈਨੂੰ ਪੈਦਾ ਕੀਤਾ, ਪਰਮੇਸ਼ਰ ਵਾਹਿਗੁਰੂ ਨੇ, ਮੈਂ ਉਹਨੂੰ ਮਿਲਾਂ ਤਾਂ ਸਹੀ। ਵੀ ਜਿਹੜਾ ਮੇਰਾ ਜਨਮਦਾਤਾ ਹੈ, ਮੇਰਾ ਅਸਲ ਮਾਤਾ ਪਿਤਾ ਹੈ, ਜਿਹਦੇ ਅਸੀਂ ਸਾਰੇ ਬੱਚੇ। ਮਾਰੇ ਫਰਮਾਉਂਦੇ ਏਕ ਪਿਤਾ ਇੱਕ ਸਕੀਹਮ ਬਾਰਕ। ਹੁਣ ਸਾਡਾ ਸਾਰਿਆਂ ਦਾ ਮਾਤਾ ਪਿਤਾ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ, ਜਿਹਨੇ ਸਾਨੂੰ ਪੈਦਾ ਕੀਤਾ। ਫਿਰ ਜਦੋਂ ਸਾਡਾ ਮਨ ਨਿਰਮਲ ਹੋਏਗਾ, ਇਹਦੇ ਅੰਦਰ ਤੜਫ ਅਤੇ ਵਿਰਾਗ ਪੈਦਾ ਹੋਏਗਾ, ਫਿਰ ਇਹ ਮਾਲਕ ਨੂੰ ਮਿਲਣ ਦੀ ਕੋਸ਼ਿਸ਼ ਕਰਦਾ। ਫਿਰ ਇਹ ਗੁਰਬਾਣੀ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਦਾ। ਜਦੋਂ ਸਾਡੇ ਅੰਦਰ ਤੜਫ ਵਿਰਾਗ ਪੈਦਾ ਹੋਏਗਾ, ਫਿਰ ਅਸੀਂ ਪੁੱਛਾਂਗੇ ਵੀ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਹਾਂ, ਕਿਵੇਂ ਮਿਲੀਏ, ਸਾਨੂੰ ਦੱਸੋ। ਫਿਰ ਸਾਡਾ ਮਨ ਵਿਰਾਗੀ ਹੋਇਆ, ਫਿਰ ਇਹ ਲੱਭਦਾ ਫਿਰਦਾ ਵੀ ਰੱਬ ਮੈਨੂੰ ਮਿਲੇ ਅਤੇ ਮਿਲੇ ਕਿਵੇਂ। ਉਹਦੇ ਵਾਸਤੇ ਫਿਰ ਇਹ ਪੁੱਛੇਗਾ, ਅਤੇ ਜਦੋਂ ਪੁੱਛੇਗਾ, ਮਾਲਕ ਦੇਖ ਵੀ ਮੇਰਾ ਪੁੱਤ ਮੈਨੂੰ ਲੱਭ ਰਿਹਾ। ਫਿਰ ਉਹ ਸਾਨੂੰ ਉਹਨਾਂ ਗੁਰਮੁਖਾਂ ਦਾ ਸੰਗ ਕਰਾਉਂਦਾ ਜਿਨ੍ਹਾਂ ਨੂੰ ਮਾਲਕ ਨੇ ਆਪਣਾ ਆਪਾ ਜਣਾਇਆ ਹੁੰਦਾ, ਜਿਹੜੇ ਪਰਮਾਤਮਾ ਦੇ ਨਾਲ ਮਿਲੇ ਹੁੰਦੇ। ਫਿਰ ਉਹਨਾਂ ਦੀ ਸੰਗਤ ਕਰਾ ਕੇ, ਫਿਰ ਉਹਨਾਂ ਰਾਹੀਂ ਆਪਾਂ ਨੂੰ ਆਪਣੇ ਆਪੇ ਦਾ ਭੇਦ ਦਿੰਦਾ। ਫਿਰ ਉਹ ਆਪਾਂ ਨੂੰ ਦੱਸਦੇ ਵੀ ਪਰਮਾਤਮਾ ਕਿਹੋ ਜਿਹਾ ਹੈ, ਕਿਵੇਂ ਅਸੀਂ ਉਹਨੂੰ ਦੇਖ ਸਕਦੇ ਹਾਂ, ਕਿਹੜੀ ਵਿਧੀ, ਕਿਹੜਾ ਤਰੀਕਾ ਉਹਨੂੰ ਦੇਖਣ ਦਾ। ਸਾਡੇ ਦੇ ਮਾਲਕ ਦੇ ਵਿੱਚ ਕਿਹੜੀ ਦੀਵਾਰ ਹੈ, ਕਿਵੇਂ ਉਹ ਦੀਵਾਰ ਨੂੰ ਅਸੀਂ ਤੋੜਨਾ, ਉਹ ਫਿਰ ਸਾਰਾ ਸਾਨੂੰ ਇਹ ਭੇਜ ਦਿੰਦੇ ਗੁਰਬਾਣੀ ਗੁਰੂ ਦੁਆਰਾ। ਇਸ ਲਈ ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਂਦੀ, ਫਿਰ ਉਹ ਗੁਰਮੁਖ ਨੇ ਜਿਹੜੇ ਉਹ ਤਰ ਜਾਂਦੇ, ਉਹਨਾਂ ਦਾ ਮਾਲਕ ਨਾਲ ਮਿਲਾਪ ਹੋ ਜਾਂਦਾ। ਮਾਰੇ ਫਰਮਾਉਂਦੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਤਾਂ ਕਹਿੰਦੇ ਵੀ ਜਿਨ੍ਹਾਂ ਨੂੰ ਸਾਧ ਸੰਗਤ ਮਿਲਦੀ, ਉਹ ਤਰਤੇ। ਹੁਣ ਜਿਹੜੇ ਜੀਵ ਸਾਧ ਸੰਗਤ 'ਚ ਆਉਂਦੇ ਨਹੀਂ, ਜਿਹੜੇ ਸਿਮਰਨ ਕਰਦੇ ਨਹੀਂ, ਫਿਰ ਅੱਗੇ ਉਹਨਾਂ ਦੀ ਹਾਲਤ ਦੱਸਦੇ ਵੀ ਉਹਨਾਂ ਦੀ ਕੀ ਅਵਸਥਾ। ਇਹ ਤਾਂ ਉਹਨਾਂ ਗੁਰਮੁਖਾਂ ਦੀ ਅਵਸਥਾ ਦੱਸ ਰਹੇ ਪਹਿਲਾਂ, ਜਿਹੜੇ ਸਾਧ ਸੰਗਤ ਕਰਦੇ, ਜਿਹੜੇ ਮਾਲਕ ਨੂੰ ਮਿਲ ਕੇ। ਹੁਣ ਜਿਹੜੇ ਨਹੀਂ ਸਾਧ ਸੰਗਤ 'ਚ ਆਉਂਦੇ, ਫਿਰ ਉਹਨਾਂ ਵਰਤਾਏ ਕਹਿੰਦੇ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਬਈ ਜਿਹੜੇ ਸਾਧ ਸੰਗਤ ਤੋਂ ਬਾਹਰੀ ਨੇ, ਉਹ ਇਕੱਲੇ ਹੀ ਰਹਿੰਦੇ, ਉਹ ਮਾਲਕ ਦੇ ਨਾਲ ਰਹਿੰਦੇ ਹੀ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਵੀ ਪਰਮਾਤਮਾ ਕਿੱਥੇ। ਉਹ ਹਰ ਸਮੇਂ ਇਕੱਲੇ ਰਹਿੰਦੇ, ਉਹਨਾਂ ਦਾ ਮਨ ਜਿਹੜਾ ਉਹ ਸ਼ਾਂਤੀ ਰਹਿੰਦਾ, ਦੁਖੀ ਰਹਿੰਦਾ ਹਰ ਸਮੇਂ। ਉਹਨਾਂ ਦੇ ਮਨ ਦੇ ਅੰਦਰ ਕਲਾ ਕਲੇਸ਼, ਬੈਰ ਵਿਰੋਧ, ਈਰਖਾ, ਨਫ਼ਰਤ, ਦੁਰਮਤ ਦੀ ਅਗਨ ਉਹਨਾਂ ਨੂੰ ਫਿਰ ਦਿਨ ਰਾਤ ਸਾੜਦੀ। ਉਹਦੇ ਵਿੱਚ ਫਿਰ ਉਹ ਸੜਦੇ, ਜਿਹਨੂੰ ਮਹਾਰਾਜ ਕਹਿੰਦੇ ਦੁਰਮਤ ਅਗਨ ਜਗਤ ਪਰਜਾਰੇ। ਬਈ ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜ ਰਹੀ। ਮਨ ਨੇ ਜਿਹੜੇ ਉਹ ਸੜਦੇ, ਜਿਹੜੇ ਸਾਧ ਸੰਗਤ ਤੋਂ ਬਾਹਰੀ ਨੇ, ਉਹ ਉਹਨਾਂ ਦੇ ਮਨ ਨੂੰ ਕਦੇ ਸੁੱਖ ਨਹੀਂ ਮਿਲਦਾ, ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਹਰ ਸਮੇਂ ਉਹਨਾਂ ਦਾ ਮਨ ਹੈ ਜਿਹੜਾ ਉਹ ਸ਼ਾਂਤੀ ਰਹਿੰਦਾ। ਤਾਂਹੀਓ ਫਿਰ ਮਹਾਰਾਜ
ਉਹਨਾਂ ਵਰਤਾਏ ਕਹਿੰਦੇ ਵੀ ਜਿਹੜੇ ਜੀਵ ਸਤਸੰਗ 'ਚ ਨਹੀਂ ਆਉਂਦੇ, ਜਿਹੜੇ ਸਤਿਗੁਰਾਂ ਦੀ ਸ਼ਰਨ 'ਚ ਨਹੀਂ ਆਉਂਦੇ, ਉਹਨਾਂ ਦਾ ਜਿਹੜਾ ਜੀਵਨ ਉਹ ਧਰਿਗ ਹੈ। ਮਹਾਰਾਜ ਕਹਿੰਦੇ ਸਤਿਗੁਰੂ ਰੋਜ਼ ਆਪਾਂ ਨੂੰ ਫਰਮਾਉਂਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ ਧਰਿਗ ਜੀਵੇ ਧਰਿਗ ਜੀਵਾਸ। ਬਈ ਜਿਹੜੀਆਂ ਜੀਵ ਇਸਤਰੀਆਂ ਸਾਧ ਜਨਾਂ ਤੋਂ ਬਾਹਰੀ, ਉਹਨਾਂ ਦਾ ਜਿਉਣਾ ਧਰਿਗ, ਕਿਉਂਕਿ ਉਹਨਾਂ ਦਾ ਜਿਹੜਾ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਮਨੋਰਥ ਉਹਨਾਂ ਨੂੰ ਭੇਤ ਹੀ ਨਹੀਂ ਵੀ ਅਸੀਂ ਲੈਣ ਕੀ ਆਏ ਸੰਸਾਰ ਦੇ ਵਿੱਚ। ਉਹ ਦਿਨ ਰਾਤ ਕਰਮ ਦੇ ਨਾਲ ਜੁੜੇ ਹੋਏ, ਕਰਮ ਦੇ ਨਾਲ ਬੱਝੇ ਹੋਏ, ਦਿਨ ਰਾਤ ਕਰਮ ਹੀ ਕੀਤੀ ਜਾਂਦੇ। ਜਿਸ ਮਕਸਦ ਵਾਸਤੇ ਆਏ ਉਹ ਮਕਸਦ ਨੂੰ ਸਮਝਦੇ ਨਹੀਂ, ਨਾ ਤਾਂ ਉਹ ਸਿਮਰਨ ਕਰਦੇ ਨੇ, ਨਾ ਉਹ ਸਤਸੰਗਤ ਕਰਦੇ। ਫਿਰ ਉਹਨਾਂ ਵਰਤਾਏ ਮਹਾਰਾਜ ਕਹਿੰਦੇ ਬਈ ਉਹਨਾਂ ਦਾ ਦੁੱਖ ਜਿਹੜਾ ਉਹ ਕਦੇ ਖਤਮ ਨਹੀਂ ਹੁੰਦਾ। ਹਰ ਸਮੇਂ ਦੁਖੀ ਰਹਿਣਾ ਤੇ ਉਹ ਜਮਾਂ ਦੇ ਵੱਸ ਪਏ ਰਹਿੰਦੇ। ਮਹਾਰਾਜ ਕਹਿੰਦੇ ਤੈਨੂੰ ਦੁੱਖ ਨਾ ਕਬੂ ਉਤਰੇ ਸੇ ਜਮ ਕੇ ਵੱਸ ਪੜੀਆਂ। ਵੀ ਜਿਹੜੀਆਂ ਸਾਧ ਜਨਾਂ ਤੋਂ ਬਾਹਰੀ, ਉਹ ਉਹਨਾਂ ਦੀ ਹਾਲਤ ਕਹਿੰਦੇ ਉਹਨਾਂ ਦਾ ਦੁੱਖ ਕਦੇ ਖਤਮ ਨਹੀਂ ਹੁੰਦਾ, ਕਦੇ ਮਨ ਤੋਂ ਦੁੱਖ ਉਤਰਦਾ ਹੀ। ਹਰ ਸਮੇਂ ਮਾਰੇ ਜਿਹੜਾ ਉਹ ਦੁਖੀ ਰਹਿੰਦਾ ਵੈਰ ਵਿਰੋਧ ਦੇ ਵਿੱਚ। ਉਹਨਾਂ ਦੇ ਜਿਹੜੇ ਮਨ ਉਹ ਰੋਗੀ ਰਹਿੰਦੇ। ਰੋਗੀ ਜਿਹੜਾ ਮਨ ਹੈ, ਰੋਗੀ ਮਨ ਦੇ, ਰੋਗੀ ਚਿੱਤ ਦੇ ਲੱਛਣ ਨੇ। ਛੋਟੀ ਛੋਟੀ ਗੱਲ 'ਤੇ ਉਹਨਾਂ ਨੂੰ ਗੁੱਸਾ ਚੜ੍ਹਦਾ, ਕਰੋਧੀ ਹੋ ਜਾਂਦੇ, ਆਪੇ ਆਪਣੇ ਤੋਂ ਬਾਹਰ ਹੋ ਜਾਂਦੇ। ਛੋਟੀ ਛੋਟੀ ਗੱਲ 'ਤੇ ਵੈਰ ਵਿਰੋਧ ਕਰਦੇ, ਸੈਂਸੇ ਫਿਕਰ ਚਿੰਤਾਵਾਂ ਕਰਦੇ, ਈਰਖਾ ਨਫ਼ਰਤ ਕਰਦੇ, ਨਿੰਦਿਆ ਚੁਗਲੀ ਕਰਦੇ। ਇਹ ਜਿਹੜਾ ਚਿੱਤ, ਜਿਹੜਾ ਮਨ ਰੋਗੀ ਹੈ, ਜਿਹੜੇ ਸਾਧ ਜਨਾਂ ਤੋਂ ਬਾਹਰੀ ਨੇ, ਉਹਨਾਂ ਦੇ ਲੱਛਣ ਮਾਰੇ ਸੱਚੇ ਪਾਤਸ਼ਾਹ ਫਿਰ ਕਹਿੰਦੇ ਵੀ ਉਹਨਾਂ ਦਾ ਦੁੱਖ ਕਦੇ ਉਤਰਦਾ ਨਹੀਂ, ਉਹਨਾਂ ਦੇ ਦੁੱਖ ਕਦੇ ਖਤਮ ਨਹੀਂ ਹੁੰਦੇ। ਹਰ ਸਮੇਂ ਉਹਨਾਂ ਦਾ ਮਨ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ, ਸੈਂਸੇ ਫਿਕਰ ਚਿੰਤਾਵਾਂ ਦੇ ਵਿੱਚ, ਵੈਰ ਵਿਰੋਧ ਦੇ ਵਿੱਚ, ਹਉਮੈ ਹੰਕਾਰ ਦੇ ਵਿੱਚ ਬਈ ਉਹ ਦੁਖੀ ਰਹਿੰਦੇ। ਉਹਨਾਂ ਦੇ ਦੁੱਖ ਕਦੇ ਖਤਮ ਨਹੀਂ ਹੁੰਦਾ ਤੇ ਉਹ ਜਮਾਂ ਦੇ ਵੱਸ ਪਏ ਰਹਿੰਦੇ। ਇੱਥੇ ਵੀ ਦੁਖੀ ਸੰਸਾਰ 'ਚ ਜਦੋਂ ਦੇਹ ਛੱਡਦੇ ਫਿਰ ਉਦੋਂ ਅੱਗੇ ਵੱਧ ਹੋਰ ਦੁੱਖ, ਸਜ਼ਾ ਮਿਲਦੀ ਤੇ ਵਾਪਸ ਫੇਰ ਜੂਨਾਂ ਦੇ ਵਿੱਚ, ਫੇਰ ਕਾਰਾਂ ਦੇ ਵਿੱਚ ਭੇਜ ਦਿੰਦੇ ਨੇ। ਸੋ ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਸਾਨੂੰ ਬਈ ਜਿਨ੍ਹਾਂ ਨੂੰ ਤਾਂ ਇਹ ਸਤ ਸੰਗਤ ਮਿਲ ਗਈ, ਜਿਹੜੇ ਸਾਧ ਸੰਗਤ 'ਚ ਆਉਂਦੇ, ਉਹ ਉਹਨਾਂ ਨੂੰ ਵਡਭਾਗੀ ਕਹਿੰਦੇ ਵੀ ਇਹ ਵੱਡੇ ਭਾਗਾਂ ਵਾਲੇ। ਜਿਹੜੇ ਜੀਵ ਸਤ ਸੰਗਤ 'ਚ ਨਹੀਂ ਆਉਂਦੇ ਉਹਨਾਂ ਨੂੰ ਕਹਿੰਦੇ ਭਾਗਾਂ ਤੋਂ ਹੀਣੇ ਨੇ, ਇਹ ਜਮਾਂ ਦੇ ਵੱਸ ਨਹੀਂ। ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ, ਬੜ ਭਾਗੀ ਸਤ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ। ਵੀ ਜਿਹੜੇ ਭਾਗਾਂ ਤੋਂ ਹੀਣੇ, ਭਰਮ ਦੇ ਵਿੱਚ ਚੋਟਾਂ ਖਾਂਦੇ, ਦੁੱਖ ਸਹਾਰਦੇ। ਸੋ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਗੁਰਮੁਖ ਵੱਡੇ ਭਾਗਾਂ ਵਾਲੇ। ਜਿਵੇਂ ਹੁਣ ਆਪਾਂ ਨੂੰ ਸਤ ਸੰਗਤ, ਸਤਿਗੁਰੂ ਰੋਜ਼ ਆਪਣੇ 'ਤੇ ਦਇਆ ਕਰਦੇ, ਕਿਰਪਾ ਕਰਦੇ, ਆਪਾਂ ਨੂੰ ਸਤ ਸੰਗਤ ਬਖਸ਼ਦੇ। ਇਹ ਬਿਨਾਂ ਭਾਗਾਂ ਤੋਂ ਸਤ ਸੰਗਤ ਨਹੀਂ ਮਿਲਦੀ। ਜੇ ਸਾਡੇ ਬਹੁਤ ਵੱਡੇ ਭਾਗ ਹੋਣ ਫਿਰ ਸਾਨੂੰ ਇਹ ਸਤ ਸੰਗਤ ਮਿਲਦੀ, ਅਤੇ ਜਦ ਤੱਕ ਸਤ ਸੰਗਤ ਨਹੀਂ ਮਿਲਦੀ ਸਾਡਾ ਮਨ ਜਿਹੜਾ ਉਹ ਮੈਲਾ ਹੀ ਰਹਿੰਦਾ, ਮੈਲ ਦੇ ਨਾਲ ਭਰਿਆ ਰਹਿੰਦਾ, ਇਹ ਸ਼ੁੱਧ ਨਹੀਂ ਹੁੰਦਾ। ਮਾਰੇ ਫਰਮਾਉਂਦੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਹੁਣ ਜਿਹੜੇ ਜੀਵ ਸਤ ਸੰਗਤ ਨਹੀਂ ਕਰਦੇ ਉਹ ਆਖਣ ਵੀ ਸਾਡਾ ਮਨ ਸ਼ੁੱਧ ਹੋ ਜੇ, ਮਹਾਰਾਜ ਕਹਿੰਦੇ ਮੈਲ ਦੇ ਨਾਲ ਭਰਿਆ ਰਹਿਣਾ, ਸ਼ੁੱਧ ਹੋਣਾ ਹੀ ਨਹੀਂ। ਸ਼ੁੱਧ ਤਾਂ ਹੋਏਗਾ ਜੇ ਸਾਨੂੰ ਮਨ ਦਾ ਗਿਆਨ ਹੋਏਗਾ, ਅਤੇ ਮਨ ਦਾ ਗਿਆਨ ਫੇਰ ਹੋਣਾ ਜੇ ਸਤ ਸੰਗਤ ਕਰਾਂਗੇ। ਨਹੀਂ ਤਾਂ ਜੀਵ ਨੂੰ ਮਨ ਦਾ ਤਾਂ ਪਤਾ ਹੀ ਨਹੀਂ ਵੀ ਮਨ ਹੈ ਕੀ ਚੀਜ਼। ਉਹ
ਉਹਦਾ ਕਹੀ ਜਾਏਗਾ ਵੀ ਮੇਰਾ ਮਨ ਨਹੀਂ ਲੱਗਦਾ, ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਬੜਾ ਸ਼ਾਂਤ ਹੈ, ਗੁਰਬਾਣੀ ਪੜ੍ਹਦੀ ਮੇਰਾ ਮਨ ਨਹੀਂ ਟਿਕਦਾ। ਹੁਣ ਬਹੁਤੇ ਜੀਵ ਐਸੇ ਨੇ ਵੀ ਜਿਹੜੇ ਮਨ ਨੂੰ ਹੀ ਭੁੱਲ ਚੁੱਕੇ ਵੀ ਮਨ ਹੈ ਕੀ ਹੈ, ਮਨ ਦਾ ਸਰੂਪ ਹੀ ਭੁੱਲ ਚੁੱਕੇ ਨੇ ਵੀ ਜਿਸ ਮਨ ਦੀ ਗੱਲ ਚੱਲ ਰਹੀ ਉਹ ਮਨ ਹੈ ਕੀ ਹੈ। ਹੁਣ ਜੇ ਸਾਨੂੰ ਮਨ ਦਾ ਹੀ ਭੇਦ ਨਹੀਂ ਵੀ ਮਨ ਹੈ ਕੀ ਹੈ, ਉਹਦਾ ਸਰੂਪ ਕੀ ਹੈ, ਅਤੇ ਉਹਨੇ ਟਿਕਣਾ ਕਿੱਥੋਂ? ਉਹ ਤਾਂ ਟਿਕੇਗਾ ਹੀ ਨਹੀਂ ਜਦ ਤੱਕ ਸਾਨੂੰ ਇਹ ਗਿਆਨ, ਸਾਨੂੰ ਇਹ ਸੋਝੀ ਨਹੀਂ ਆਏਗੀ। ਸਾਧ ਸੰਗਤ ਤੋਂ ਬਿਨਾਂ ਸਾਨੂੰ ਇਹ ਸੋਝੀ ਆ ਨਹੀਂ ਸਕਦੀ, ਸਾਨੂੰ ਇਹ ਭੇਦ ਆਉਂਦਾ ਨਹੀਂ ਹੈ। ਇਸ ਵਾਸਤੇ ਫਿਰ ਕਹਿੰਦੇ ਵੀ ਉਹ ਗੁਰਮੁਖ ਬੜੇ ਭਾਗੀ ਨੇ ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ। ਇਸ ਲਈ ਕਹਿੰਦੇ ਫਿਰ ਜਿਹੜੇ ਸਾਧ ਸੰਗਤ ਤੋਂ ਬਾਹਰੀ ਨੇ, ਜਿਹੜੀ ਸਾਧ ਜਨਾਂ ਤੋਂ ਬਾਹਰੀ, ਉਹ ਇਕੱਲੇ ਰਹਿੰਦੇ, ਭਰਮ ਦੇ ਵਿੱਚ ਰਹਿੰਦੇ, ਅਤੇ ਉਹਨਾਂ ਦਾ ਦੁੱਖ ਕਦੇ ਖਤਮ ਨਹੀਂ ਹੁੰਦਾ, ਜਮਾਂ ਦੀ ਵੱਸ ਪਈ ਰਹਿੰਦੀ। ਫਿਰ ਮਹਾਰਾਜ ਦੱਸਦੇ ਬਈ ਜਿਨ੍ਹਾਂ ਨੇ ਫਿਰ ਗੁਰੂ ਦੀ ਮੱਤ ਲੈ ਕੇ ਮਾਲਕ ਪਰਮਾਤਮਾ ਵਾਹਿਗੁਰੂ ਦੇ ਸਨਮੁਖ ਹੋ ਗਏ, ਜਿਨ੍ਹਾਂ ਦਾ ਭਰਮ ਦਾ ਪਰਦਾ ਪਾਸੇ ਹੋ ਗਿਆ, ਉਹ ਹਮੇਸ਼ਾ ਮਾਲਕ ਦੇ ਦਰ 'ਤੇ ਖੜੇ ਰਹਿੰਦੇ। ਉਹ ਗੁਰਮੁਖ ਮਾਲਕ ਦਾ ਦਰ ਛੱਡਦੇ ਨਹੀਂ। ਮਹਾਰਾਜ ਕਹਿੰਦੇ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਬਈ ਜਿਨ੍ਹਾਂ ਨੇ ਉਹ ਮਾਲਕ ਨੂੰ ਰਾਵਿਆ, ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕੀਤਾ, ਉਹਦੇ ਸਨਮੁਖ ਹੋ ਗਏ, ਉਹ ਹਰ ਸਮੇਂ ਉਹਦੇ ਸਨਮੁਖ ਖੜੇ ਨੇ, ਉਹਦੇ ਦਰ 'ਤੇ ਖੜੇ ਨੇ। ਉਹ ਮਾਲਕ ਤੋਂ ਬੇਮੁਖ ਹੁੰਦੇ ਨਹੀਂ, ਉਹ ਹਮੇਸ਼ਾ ਪਰਮਾਤਮਾ ਦੇ ਨਾਲ ਹੀ ਰਹਿੰਦੇ। ਜਿਹਨੂੰ ਮਹਾਰਾਜ ਕਹਿੰਦੇ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ। ਹੁਣ ਮਾਲਕ ਦੇ ਨਾਲ ਰਹਿਣ ਦਾ ਭਾਵ ਹੁੰਦਾ ਵੀ ਮਾਲਕ ਨੂੰ ਦੇਖਦੇ ਰਹਿਣਾ, ਪਰਮਾਤਮਾ ਨੂੰ। ਜਦੋਂ ਹੁਣ ਆਪਾਂ ਨੇਤਰ ਬੰਦ ਕਰਦੇ ਹਾਂ, ਆਪਾਂ ਨੂੰ ਅੰਦਰ ਵੀ ਮਾਲਕ ਨਜ਼ਰ ਆਉਂਦਾ, ਉਹਦਾ ਪ੍ਰਕਾਸ਼ ਹੈ, ਅਤੇ ਜਦੋਂ ਨੇਤਰ ਖੋਲ੍ਹਦੇ ਬਾਹਰ ਵੀ ਉਹਦਾ ਹੀ ਪ੍ਰਕਾਸ਼ ਹੈ ਮਾਲਕ 'ਤੇ। ਜਿੱਧਰ ਨੂੰ ਵੀ ਆਪਾਂ ਦੇਖਾਂਗੇ ਚਾਰ ਚੁਫੇਰੇ, ਉਧਰ ਹੀ ਮਾਲਕ ਹੈ, ਉਧਰ ਹੀ ਉਹਦਾ ਪ੍ਰਕਾਸ਼। ਸੋ ਉਦੋਂ ਫਿਰ ਕਹਿੰਦੇ ਵੀ ਇਹ ਮਾਲਕ ਦੇ ਸਨਮੁਖ ਨੇ, ਮਾਲਕ ਦੇ ਦਰ 'ਤੇ ਖੜੇ ਨੇ। ਅਤੇ ਇਸ ਲਈ ਫਿਰ ਸਤਿਗੁਰੂ ਕਹਿੰਦੇ ਬਈ ਉਹਨਾਂ ਦੇ ਕੰਠ ਦੇ ਵਿੱਚ ਗੁਰਮੁਖਾਂ ਦੇ ਫਿਰ ਇਹ ਹਾਰ ਪਿਆ ਹੁੰਦਾ, ਹੀਰੇ ਜਵਾਹਰਾਤ ਤੰਤ। ਬਈ ਉਹ ਮਾਲਕ ਦੇ ਦਰ ਦੇ ਉੱਤੇ ਖੜੇ, ਅਤੇ ਮਾਲਕ ਨੇ ਕਿਰਪਾ ਕਰਕੇ ਉਹਨਾਂ ਦੇ ਕੰਠ ਦੇ ਵਿੱਚ ਇਹ ਹਾਰ ਪਾ ਕੇ ਪਰੋ ਦਿੱਤਾ, ਹਿਰਦੇ ਵਿੱਚ ਨਾਮਤ। ਜਿਹੜੇ ਹੁਣ ਇਹ ਆਪਣੇ ਸਵਾਸ ਨੇ, ਇਹਨਾਂ ਨੂੰ ਹੀਰੇ ਕਹਿੰਦੇ, ਮਾਣਕ ਮੋਤੀ ਜਵਾਹਰਾਤ ਕਹਿੰਦੇ। ਜਿਹੜਾ ਗੁਰੂ ਦਾ ਸ਼ਬਦ ਹੈ ਉਹਨੂੰ ਰਤਨ ਕਹਿੰਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਮਾਲਕ ਪਰਮਾਤਮਾ ਵਾਹਿਗੁਰੂ ਨੂੰ ਖੁਸ਼ ਕਰਨਾ, ਸਾਡਾ ਪਤੀ ਹੈ ਪਰਮੇਸ਼ਰ, ਬਈ ਫਿਰ ਇਹ ਆਪਣੇ ਕੰਠ ਦੇ ਵਿੱਚ ਰਤਨ ਅਤੇ ਹੀਰਿਆਂ ਦਾ ਜਿਹੜਾ ਹਾਰ ਹੈ ਇਹ ਜੜ ਕੇ ਪਾ ਲਓ। ਇਹ ਮਾਲਕ ਨੂੰ ਬਹੁਤ ਪਸੰਦ ਹੈ। ਜਿਹਨੂੰ ਮਹਾਰਾਜ ਫਰਮਾਉਂਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਬਈ ਗੁਰੂ ਦਾ ਸ਼ਬਦ ਜਿਹੜਾ ਰਤਨ ਹੈ, ਅਤੇ ਹੀਰੇ ਸਾਡੇ ਸੁਵਾਸ ਨੇ। ਹੁਣ ਜਦੋਂ ਆਪਾਂ ਇਹ ਸਿਮਰਨ ਕਰਦੇ, ਪੂਰਾ ਧਿਆਨ ਆਪਦੀ ਆਵਾਜ਼ ਦੇ ਵਿੱਚ ਰੱਖਦੇ ਹਾਂ, ਅਤੇ ਫਿਰ ਇਹ ਰਤਨ ਦੇ ਵਿੱਚ ਆਪਾਂ ਹੀਰਿਆਂ ਨੂੰ ਜੜਦੇ ਹਾਂ, ਸਵਾਸਾਂ। ਇਹ ਸਵਾਸ ਹੀਰੇ ਅਤੇ ਗੁਰੂ ਦੇ ਸ਼ਬਦ ਨੂੰ ਰਤਨ ਕਹਿੰਦੇ। ਜਿਵੇਂ ਹੁਣ ਆਪਾਂ ਕੀਤਾ ਵਾਹਿਗੁਰੂ, ਇਹ ਆਪਾਂ ਰਤਨ ਦੇ ਵਿੱਚ ਹੀਰਾ ਜੜ ਦਿੱਤਾ। ਇਹ ਫਿਰ ਸਾਡੇ ਜਿਹੜਾ ਕੰਠ ਦੇ ਵਿੱਚ ਹਾਰ ਪੈ ਜਾਂਦਾ। ਮਹਾਰਾਜ ਕਹਿੰਦੇ ਹਰ ਕੰਠ ਹਾਰ ਜਿਨੀ ਪਹਿਰੇ। ਬਈ ਜਿਨ੍ਹਾਂ ਨੇ ਕੰਠ ਦੇ ਵਿੱਚ ਹਾਰ ਰੋ ਕੇ ਪਾ ਲਏ, ਬਈ ਉਹ ਮਾਲਕ ਨੂੰ ਬਹੁਤ
ਫਿਰ ਪਸੰਦ ਹੈ ਸਾਡੇ ਪਤੀ ਨੂੰ, ਪਰਮੇਸ਼ਰ ਨੂੰ। ਤੇ ਉਹਨਾਂ ਵਰਤਾਈ ਫਿਰ ਮਹਾਰਾਜ ਕਹਿੰਦੇ, ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ। ਵੀ ਉਹਨਾਂ ਨੇ ਕੰਠ ਦੇ ਵਿੱਚ ਹਾਰ ਜੜ ਕੇ ਪਾਇਆ, ਜਿਹੜਾ ਮਾਲਕ ਨੂੰ ਬਹੁਤ ਪਸੰਦ ਹੈ, ਸੋਹਣਾ ਲੱਗਦਾ। ਤੇ ਆਵਾਂ ਨੂੰ ਕਹਿੰਦੇ ਵੀ ਤੁਸੀਂ ਵੀ ਇਹ ਪਾਓ, ਵੀ ਤਾਂ ਕਿ ਅਸੀਂ ਵੀ ਪਰਮਾਤਮਾ ਵਾਹਿਗੁਰੂ ਨੂੰ, ਆਪਦੇ ਪਤੀ ਪਰਮੇਸ਼ਰ ਨੂੰ ਅਸੀਂ ਪਸੰਦ ਆ ਜਾਈਏ। ਸੋ ਇਸ ਤਰ੍ਹਾਂ ਫਿਰ ਜਦੋਂ ਆਪਾਂ ਇਹ ਸਾਰੇ ਮਿਲ ਕੇ ਸਿਮਰਨ ਕਰਦੇ, ਉਦੋਂ ਕਹਿੰਦੇ ਵੀ ਸਤਸੰਗ ਦੇ ਵਿੱਚ ਫਿਰ ਇਹ ਸਾਰੀਆਂ ਸਖੀਆਂ ਸਹੇਲੀਆਂ ਇਕੱਠੀਆਂ ਹੋ ਕੇ ਇਹ ਮਾਲਕ ਦੇ ਗੁਣ ਗਾਉਂਦੀਆਂ, ਮਾਲਕ ਦੀ ਸੋਭਾ ਵਡਿਆਈ ਕਰਦੀ। ਮਹਾਰਾਜ ਕਹਿੰਦੇ, ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ, ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆਂ। ਬਈ ਇਹ ਗੁਰਮੁਖ ਸਖੀਆਂ ਇਕੱਠੀਆਂ ਹੋ ਕੇ ਮਾਲਕ ਦਾ ਹਰ ਜਸ ਕਰਦੀਆਂ, ਉਹਦਾ ਸਿਮਰਨ ਕਰਦੀਆਂ ਅਤੇ ਨਿਤ ਨਾਮ ਦੀ ਸਿਫਤ ਸਲਾਹ ਕਰਦੀਆਂ। ਵੱਲ ਅਤੇ ਇਹਨਾਂ ਦੇ ਮਹਾਰਾਜ ਕਹਿੰਦੇ ਵੀ ਅਸੀਂ ਬਲਿਹਾਰ ਜਾਂਦੇ, ਇਹਨਾਂ ਦੇ ਅਸੀਂ ਸਦਕੇ ਜਾਂਦੇ। ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆਂ। ਵੀ ਅਸੀਂ ਹਰੀ ਤੋਂ ਵੀ ਬਲਿਹਾਰ ਜਾਂਦੇ ਅਤੇ ਉਹਨਾਂ ਸਖੀਆਂ ਤੋਂ ਵੀ ਬਲਿਹਾਰ ਜਾਂਦੇ, ਵੀ ਜਿਹੜੀਆਂ ਮਾਲਕ ਦੇ ਗੁਣ ਗਾਉਂਦੀਆਂ, ਉਹਦੀ ਸੋਭਾ ਕਰਦੀਆਂ, ਉਹਦੀ ਵਡਿਆਈ ਕਰਦੀ। ਸੋ ਜਦੋਂ ਫਿਰ ਆਪਾਂ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਇਹ ਸਾਰੇ ਅਭਿਆਸ ਕਰਦੇ ਹਾਂ, ਮਾਲਕ ਦੀ ਸਿਫਤ ਸਲਾਹ ਵਡਿਆਈ ਕਰਦੇ ਹਾਂ, ਫਿਰ ਆਪਾਂ ਨੂੰ ਦੱਸਦੇ ਵੀ ਸਾਡਾ ਸਾਰਿਆਂ ਦਾ ਪਤੀ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਅਸੀਂ ਸਾਰੀਆਂ ਸਾਡੀਆਂ ਸੁਰਤੀਆਂ, ਸਾਡੇ ਮਨ, ਉਹ ਇੱਕੋ ਹੀ ਪਤੀ ਦੀਆਂ ਜਿਹੜੀਆਂ ਨਾਰਾਂ ਨੇ। ਮਹਾਰਾਜ ਕਹਿੰਦੇ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਜਦੋਂ ਹੁਣ ਗੁਰਮੁਖ ਸੁਹਾਗਣ, ਜਿਨ੍ਹਾਂ ਦਾ ਮਿਲਾਪ ਹੋ ਗਿਆ, ਉਹਨਾਂ ਨੂੰ ਸੁਹਾਗਣਾ ਕਹਿੰਦੇ, ਵੀ ਇਹ ਪਤੀ ਵਾਲੀਆਂ ਨੇ। ਜਿਨ੍ਹਾਂ ਦਾ ਮਿਲਾਪ ਨਹੀਂ ਹੋਇਆ, ਜਿਹੜੀਆਂ ਸਾਧ ਸੰਗਤ ਤੋਂ ਬਾਹਰੀ, ਉਹਨਾਂ ਨੂੰ ਕਹਿੰਦੇ ਵੀ ਇਹ ਛੋਟੜ ਨੇ। ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੇ ਆਪਦੇ ਪਤੀ ਨੂੰ ਵਿਸਾਰਿਆ ਹੋਇਆ, ਕਿਉਂਕਿ ਉਹ ਸਿਮਰਨ ਤਾਂ ਕਰਦੀਆਂ ਨਹੀਂ, ਨਾ ਉਹ ਸਤਸੰਗਤ ਕਰਦੀ। ਉਹਨਾਂ ਵਰਤਾਏ ਕਹਿੰਦੇ, ਖਸਮ ਵਿਸਾਰੇ ਤੇ ਕਮਜਾਤ। ਵੀ ਉਹਨਾਂ ਨੂੰ ਲਾਹਨਤ ਪਾਉਂਦੀ, ਵੀ ਇਹਨਾਂ ਨੇ ਆਪਦੇ ਪਤੀ ਪਰਮੇਸ਼ਰ ਨਹੀਂ ਵਿਸਾਰਿਆ ਹੋਇਆ, ਉਹ ਤੋਂ ਹੀ ਬੇਮੁਖ ਹੋਈਆਂ ਹੋਈਆਂ। ਉਹਨਾਂ ਨੂੰ ਛੋਟੜ ਕਹਿੰਦੇ, ਵੀ ਇਹ ਛੋਟੜ ਨੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੁਹਾਗਣਾ ਕਹਿੰਦੀ, ਬਈ ਇਹ ਪਤੀ ਵਾਲੀਆਂ ਨੇ, ਸੁਹਾਗਣਾ। ਜਦੋਂ ਸੁਹਾਗਣਾ ਇਕੱਠੀਆਂ ਹੁੰਦੀਆਂ ਗੁਰਮੁਖ, ਉਹ ਫਿਰ ਆਪਸ ਵਿੱਚ ਜਦੋਂ ਇਕੱਠੇ ਹੋ ਕੇ ਉਹ ਵਿਚਾਰ ਕੀ ਕਰਦੇ? ਉਹ ਵਿਚਾਰ ਕਰਦੀਆਂ ਵੀ ਸਾਡਾ ਸਾਰਿਆਂ ਦਾ ਪਤੀ ਇੱਕੋ ਹੀ ਹੈ ਅਤੇ ਅਸੀਂ ਇੱਕੋ ਘਰੇ ਵੱਸਦੇ ਹਾਂ ਅਤੇ ਬੜੇ ਆਨੰਦ ਦੇ ਵਿੱਚ, ਬੜੇ ਸੁਖੀ ਵੱਸਦੇ। ਮਹਾਰਾਜ ਕਹਿੰਦੇ, ਸਭਨਾ ਕਾ ਸੋ ਏਕ ਹੈ, ਸਦ ਹੀ ਰਹੇ ਹਦੂਰ। ਬਈ ਉਹ ਸਦਾ ਹੀ ਸਾਡੇ ਨਾਲ ਰਹਿੰਦਾ, ਉਹ ਸਾਨੂੰ ਕਦੇ ਇਕੱਲਾ ਛੱਡ ਕੇ ਜਾਂਦਾ ਹੀ ਨਹੀਂ ਕਿਸੇ ਪਾਸੇ। ਇਹ ਤਾਂ ਜਦੋਂ ਸੁਹਾਗਣਾ ਇਕੱਠੀਆਂ ਹੁੰਦੀਆਂ ਸਤ ਸੰਗਤ ਰੂਪ ਦੇ ਵਿੱਚ, ਸਾਰੇ ਆਪਾਂ ਉਹਦੀ ਮਾਲਕ ਦੀ ਵਡਿਆਈ ਕਰਦੇ। ਜਦੋਂ ਦੁਹਾਗਣਾ ਇਕੱਠੀਆਂ ਹੁੰਦੀਆਂ, ਉਹ ਕੀ ਕਰਦੀਆਂ? ਉਹ ਇਕੱਠੀਆਂ ਹੋ ਕੇ, ਕਿਉਂਕਿ ਉਹਨਾਂ ਨੂੰ ਆਪਦੇ ਪਤੀ ਦਾ ਤਾਂ ਭੇਤ ਨਹੀਂ, ਉਹ ਛੋਟੜ ਨੇ, ਉਹਨਾਂ ਨੂੰ ਕਮਜਾਤਾਂ ਕਹਿੰਦੇ। ਉਹ ਜੀਵ ਇਸਤਰੀਆਂ ਇਕੱਠੀਆਂ ਹੋ ਕੇ ਵੈਰ ਵਿਰੋਧ ਦੀਆਂ ਗੱਲਾਂ, ਈਰਖਾ ਨਫ਼ਰਤ ਦੀਆਂ ਗੱਲਾਂ, ਨਿੰਦਿਆ ਚੁਗਲੀ, ਦੂਸਰਿਆਂ ਦੇ ਔਗਣ ਫਰੋਲਣੇ, ਉਹ ਫਿਰ ਉਹ ਕਰਦੀਆਂ ਇਕੱਠੀਆਂ ਹੋ ਕੇ। ਸੋ ਆਪਾਂ ਨੂੰ ਫਿਰ ਸਮਝਾਉਂਦੇ ਬਈ ਅਸੀਂ ਜਦੋਂ ਇਕੱਠੇ ਹੁੰਦੇ ਹਾਂ, ਅਸੀਂ ਗੁਣਾਂ ਦੀ ਸਾਂਝ ਪਾਉਣੀ। ਮਾਲਕ ਪਰਮੇਸ਼ਰ ਦੇ ਜਿਹੜੇ ਗੁਣ ਨੇ, ਜਦੋਂ ਅਸੀਂ ਗੁਣਾਂ ਦੀ ਸਾਂਝ ਪਾਵਾਂਗੇ, ਉਹ ਗੁਣ ਸਾਡੇ ਅੰਦਰ ਆ ਜਾਣਗੇ। ਜਦੋਂ ਜੀਵ ਔਗਣਾਂ ਦੀ ਸਾਂਝ ਪਾਉਂਦੇ,
ਜਦੋਂ ਕਿਸੇ ਦੇ ਔਗਣ ਫਰੋਲਦੇ, ਉਹਦੀ ਨਿੰਦਿਆ ਕਰਦੇ, ਉਹ ਫਿਰ ਉਹਨਾਂ ਦੇ ਅੰਦਰ ਉਹ ਔਗਣ ਆ ਜਾਂਦੇ। ਜਿਹਨੂੰ ਅਸੀਂ ਮਾੜਾ ਆਖਾਂਗੇ ਉਹੀ ਔਗਣ ਸਾਡੇ ਅੰਦਰ ਆ ਜਾਣਗੇ। ਇਹ ਹੁਣ ਆਪਣਾ ਜਿਹੜਾ ਮਨ ਹੈ, ਇਹ ਸਾਡਾ ਦੇਖਣ ਦਾ ਨਜ਼ਰੀਆ। ਜੇ ਅਸੀਂ ਕਿਸੇ 'ਚ ਔਗਣ ਦੇਖਾਂਗੇ, ਉਹ ਔਗਣ ਸਾਡੇ ਅੰਦਰ ਆ ਜਾਣਗੇ। ਜੇ ਅਸੀਂ ਕਿਸੇ 'ਚ ਗੁਣ ਦੇਖਾਂਗੇ, ਉਹ ਗੁਣ ਸਾਡੇ ਅੰਦਰ ਆ ਜਾਣਗੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਸਾਂਝ ਹੈ ਜਿਹੜੀ, ਉਹ ਗੁਣਾਂ ਦੀ ਪਾਉਣੀ, ਔਗਣਾਂ ਨੂੰ ਛੱਡਣਾ, ਔਗਣ ਨਹੀਂ ਦੇਖਣਾ ਕਿਸੇ ਦਾ। ਮਹਾਰਾਜ ਕਹਿੰਦੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਬਈ ਔਗਣ ਨੇ ਜਿਹੜੇ, ਉਹਨਾਂ ਨੂੰ ਛੱਡਣਾ, ਸਿਰਫ ਗੁਣਾਂ ਦੀ ਸਾਂਝ ਪਾਉਣੀ, ਗੁਣ ਦੇਖਣਾ। ਜੇ ਅਸੀਂ ਗੁਣ ਦੇਖਾਂਗੇ, ਉਹ ਗੁਣ ਸਾਡੇ 'ਚ ਆ ਜਾਏਗਾ। ਜੇ ਅਸੀਂ ਔਗਣ ਦੇਖਾਂਗੇ, ਔਗਣ ਸਾਡੇ 'ਚ ਆ ਜਾਣਗੇ। ਹੁਣ ਜਿਹੜੇ ਗੁਰਮੁਖ ਨੇ, ਉਹ ਫਿਰ ਕਿਸੇ 'ਚ ਔਗਣ ਨਹੀਂ ਦੇਖਦੇ, ਉਹ ਸਿਰਫ ਗੁਣ ਹੀ ਦੇਖਦੇ ਵੀ ਇਹਦੇ ਵਿੱਚ ਆਹ ਗੁਣ ਹੈ, ਅਤੇ ਉਹ ਗੁਣਾਂ ਦੀ ਸਾਂਝ ਪਾਉਂਦੇ, ਉਹ ਔਗਣਾਂ ਨੂੰ ਛੱਡੀ ਜਾਂਦੇ, ਔਗਣ ਤੱਕਦੇ ਹੀ ਨਹੀਂ ਕਿਸੇ 'ਤੇ। ਇਹ ਬਹੁਤ ਵੱਡਾ ਗੁਣ ਹੈ, ਜਿਹੜਾ ਗੁਣ ਪਰਮੇਸ਼ਰ ਦੇ ਵਿੱਚ, ਵਾਹਿਗੁਰੂ ਦੇ ਵਿੱਚ ਇਹ ਗੁਣ ਹੈ ਬਈ ਉਹ ਕਿਸੇ ਦੇ ਔਗਣ ਨਹੀਂ ਦੇਖਦਾ, ਉਹ ਕਿਸੇ ਦੇ ਔਗਣ ਤੱਕਦਾ ਹੀ ਨਹੀਂ, ਚਿਤਾਰਦਾ ਹੀ ਨਹੀਂ ਕਿਸੇ ਦੇ ਔਗਣ। ਹਾਲਾਂਕਿ ਇਹ ਨਹੀਂ ਵੀ ਉਹਨੂੰ ਪਤਾ ਨਹੀਂ, ਉਹ ਸਾਰਾ ਕੁਛ ਹੀ ਜਾਣਦਾ। ਇਸੇ ਤਰ੍ਹਾਂ ਗੁਰਮੁਖ ਨੇ ਜਿਹੜੇ, ਉਹਨੂੰ ਮਿਲ ਗਏ, ਉਹ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ, ਉਹਨੂੰ ਪਤਾ ਸਭ ਕੁਛ ਹੀ। ਜੋ ਮਾਲਕ ਜਾਣਦਾ, ਉਹ ਵੀ ਜਾਣਦੇ ਨੇ, ਪਰ ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ਰ ਵਾਲਾ ਗੁਣ ਆ ਜਾਂਦਾ। ਉਹ ਕਿਸੇ ਦਾ ਔਗਣ ਚਿਤਾਰਦੇ ਨਹੀਂ, ਕਿਸੇ ਦੇ ਔਗਣ ਦੇਖਦੇ ਹੀ ਨਹੀਂ, ਸਿਰਫ ਉਹ ਗੁਣ ਹੀ ਦੇਖਦੇ। ਜਿਸ ਤਰ੍ਹਾਂ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਮਾਲਕ ਦੇ ਜਿਹੜੇ ਗੁਣ ਨੇ, ਵੀ ਉਹ ਮਿੱਠਾ ਬੋਲਦਾ, ਕੌੜਾ ਉਹਨੂੰ ਬੋਲਣਾ ਨਹੀਂ ਆਉਂਦਾ। ਕਿਸੇ ਦੇ ਔਗਣ ਨੇ ਜਿਹੜੇ, ਔਗਣ ਚਿਤਾਰਦਾ ਨਹੀਂ, ਦੇਖਦਾ ਨਹੀਂ ਕਿਸੇ ਦੇ ਔਗਣ। ਇਹ ਉਹਦੇ ਗੁਣ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜਿਉ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਇਹ ਮਾਲਕ ਦਾ ਗੁਣ ਹੈ ਬਈ ਉਹ ਔਗਣ ਕਿਸੇ ਦਾ ਚਿਤਾਰਦਾ ਨਹੀਂ, ਦੇਖਦਾ ਨਹੀਂ। ਹੁਣ ਇਹੋ ਗੁਣ ਗੁਰਮੁਖਾਂ 'ਚ ਆ ਜਾਂਦਾ, ਉਹ ਵੀ ਨਹੀਂ ਕਿਸੇ ਦੇ ਔਗਣ ਦੇਖਦੇ, ਚਿਤਾਰਦੇ ਹੀ ਨਹੀਂ, ਸਿਰਫ ਗੁਣ ਦੇਖਦੇ ਵੀ ਇਹਦੇ 'ਚ ਆਹ ਗੁਣ ਹੈ, ਬੜਾ ਚੰਗਾ ਗੁਣ ਹੈ ਉਹ। ਸੋ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਜਿਹੜੀ ਸਾਂਝ, ਉਹ ਗੁਣਾਂ ਦੀ ਪਾਉਣੀ, ਮਤਲਬ ਔਗਣਾਂ ਦੀ ਨਹੀਂ ਪਾਉਣੀ, ਔਗਣਾਂ ਨੂੰ ਛੱਡਣਾ। ਬਈ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੇ ਔਗਣ ਦੇਖ ਕੇ ਉਹਦੇ ਔਗਣ ਫਰੋਲਣੇ ਨਹੀਂ। ਸੋ ਇਹ ਫਿਰ ਬਹੁਤ ਵੱਡਾ ਗੁਣ ਹੈ। ਇਹ ਗੁਣ ਸਾਡੇ ਅੰਦਰ ਫੇਰ ਹੀ ਆਏਗਾ ਜਦੋਂ ਹੁਣ ਅਸੀਂ ਇਹ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ, ਫਿਰ ਸਾਡੇ ਵਿੱਚ ਮਾਲਕ ਦੇ ਜਿਹੜੇ ਗੁਣ ਨੇ, ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ। ਤੇ ਮਹਾਰਾਜ ਫਿਰ ਅੱਗੇ ਦੱਸਦੇ ਵੀ ਜਿਹੜੇ ਫਿਰ ਮਾਲਕ ਦੀ ਸ਼ਰਨ 'ਚ ਚਲੇ ਗਏ, ਪਰਮਾਤਮਾ ਦੀ, ਉਹਨਾਂ ਦੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਜਿਹੜੇ ਗੁਣ ਪਰਮਾਤਮਾ 'ਚ ਨੇ, ਉਹੀ ਉਹ ਗੁਰਮੁਖਾਂ ਦੇ ਵਿੱਚ ਆ ਜਾਂਦੇ। ਤੇ ਐਸੇ ਗੁਰਮੁਖਾਂ ਦੀ ਮਹਾਰਾਜ ਕਹਿੰਦੇ ਵੀ ਅਸੀਂ ਵੀ ਧੂੜੀ ਮੰਗਦੇ। ਨਾਨਕ ਬਾਸ਼ੇ ਧੂੜ ਤੈਨਾਂ, ਪ੍ਰਭ ਸ਼ਰਣੀ ਦਰ ਪੜੀਆਂ। ਵੀ ਜਿਹੜੇ ਮਾਲਕ ਦੀ ਸ਼ਰਨ ਦੇ ਵਿੱਚ, ਉਹਦੇ ਦਰ ਦੇ ਉੱਤੇ ਬੈਠੇ ਰਹਿੰਦੇ ਗੁਰਮੁਖ, ਵੀ ਉਹਨਾਂ ਦੀ ਧੂੜੀ ਅਸੀਂ ਵੀ ਲੋਚਦੇ। ਧੂੜੀ ਕੀ ਹੁੰਦੀ? ਉਹਨਾਂ ਦੇ ਬਚਨ, ਗੁਰਮੁਖਾਂ ਦੇ, ਸੰਤਾਂ ਸਾਧੂਆਂ ਦੇ ਬਚਨਾਂ ਦੀ ਧੂੜੀ ਜੇ ਸਾਨੂੰ ਮਿਲ ਜੇ ਤੇ ਉਹਦੇ ਨਾਲ ਸਾਡੇ ਮਨ ਦੀ ਮੈਲ ਉਤਰ ਜਾਂਦੀ। ਤਾਂ ਮਹਾਰਾਜ ਕਹਿੰਦੇ ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਹੀ। ਵੀ ਸਾਨੂੰ ਵੀ ਐਸੇ ਗੁਰ ਸਿੱਖਾਂ ਦੀ ਧੂੜੀ ਦੇ ਦਿਓ ਜਿਹੜੇ ਤੈਨੂੰ ਪਿਆਰੇ ਲੱਗਦੇ, ਜਿਨ੍ਹਾਂ ਦੇ ਅੰਦਰ ਤੂੰ ਬੋਲਦਾ ਹੈ, ਜਿਨ੍ਹਾਂ ਦਾ ਤੇਰੇ ਨਾਲ ਮਿਲਾਪ ਹੋ ਗਿਆ, ਵੀ ਐਸੇ ਗੁਰ ਸਿੱਖਾਂ ਦੀ ਸਾਨੂੰ ਧੂੜੀ ਦੇ ਦਿੱਤੀ, ਤਾਂ ਕਿ ਉਹ ਧੂੜੀ ਲੈ ਕੇ ਅਸੀਂ ਪਾਪੀ ਵੀ ਗਤੀ ਪਾ ਲਈ। ਸਾਡਾ ਮਰਨ ਜਿਹੜਾ ਪਾਪੀ ਹੋ ਗਿਆ, ਜਿਹੜਾ ਇਹਦੇ 'ਤੇ ਮੈਲ ਲੱਗ ਗਈ ਇੰਨੀ,
ਇਹਦੀ ਮੈਲ ਉਤਰ ਜੇ। ਸੋ ਫਿਰ ਜਦੋਂ ਆਪਾਂ ਨੂੰ ਚਰਨਾਂ ਦੀ ਧੂੜੀ ਮਿਲਦੀ ਇਹਦੇ ਨਾਲ ਮੈਲ ਉਤਰਦੀ। ਜਿਵੇਂ ਹੁਣ ਆਪਾਂ ਸਤਸੰਗ 'ਚ ਆਉਂਦੇ, ਇੱਥੇ ਆ ਕੇ ਆਪਾਂ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਲੈਂਦੇ। ਧੂੜੀ ਕੀ ਹੈ? ਇਹਨਾਂ ਦੇ ਬਚਨ ਜਿਹੜੇ ਹੁਣ ਆਪਾਂ ਇਹ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਇਹ ਧੂੜੀ ਹੈ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਸੰਤਾਂ ਸਾਧੂਆਂ ਦੀ। ਇਹ ਧੂੜੀ ਜਦੋਂ ਆਪਣੇ ਮਨ ਦੇ ਉੱਤੇ ਪੈਂਦੀ, ਇਹਦੇ ਨਾਲ ਸਾਡਾ ਮਨ ਜਿਹੜਾ ਪਾਪੀ ਹੋ ਗਿਆ, ਇਹ ਪਾਪੀ ਦੀ ਵੀ ਗਤੀ ਹੋ ਜਾਂਦੀ ਹੈ, ਨਿਰਮਲ ਹੋ ਜਾਂਦਾ, ਦੀ ਮੈਲ ਉਤਰ ਜਾਂਦੀ। ਫਿਰ ਤਾਂ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖਾਂ ਦੀ, ਐਸੇ ਗੁਰਸਿੱਖਾਂ ਦੀ ਵੀ ਅਸੀਂ ਧੂੜੀ ਮੰਗਦੇ ਹਾਂ ਵੀ ਤਾਂ ਕਿ ਸਾਨੂੰ ਸਤ ਸੰਗਤ ਮਿਲ ਜੇ, ਵੀ ਸਾਡੇ 'ਤੇ ਬਖਸ਼ਿਸ਼ ਕਰੋ, ਸਾਨੂੰ ਸਾਧ ਸੰਗਤ ਮਿਲ ਲਓ। ਮਹਾਰਾਜ ਕਹਿੰਦੇ ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਵੀ ਸਾਡੇ 'ਤੇ ਬਖਸ਼ਿਸ਼ ਕਰੋ, ਸਾਨੂੰ ਸਾਧ ਸੰਗਤ ਦੇ ਦਿਓ ਤਾਂ ਕਿ ਸਾਧ ਸੰਗਤ 'ਚ ਜਾ ਕੇ ਸਾਡਾ ਮਨ ਹੈ ਜਿਹੜਾ ਇਹ ਧੋਤਾ ਜਾਵੇ, ਸਾਡਾ ਮਨ ਦੀ ਮੈਲ ਉਤਰ ਜਾਵੇ। ਮਹਾਰਾਜ ਫਿਰ ਅੱਗੇ ਦੱਸਦੇ ਵੀ ਮਗਰ ਦੇ ਵਿੱਚ ਜਿਹੜੇ ਫਿਰ ਮਾਲਕ ਦੀ ਆਰਾਧਨਾ ਕਰਦੇ, ਪਰਮਾਤਮਾ ਦੀ, ਉਹਦਾ ਸਿਮਰਨ ਕਰਦੇ, ਉਹ ਫਿਰ ਮੁੜ ਕੇ ਜਨਮ ਮਰਨ ਦੇ ਚੱਕਰ 'ਚ ਨਹੀਂ ਪੈਂਦੇ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਮਗਰ ਪ੍ਰਭ ਆਰਾਧਨਾ ਬਹੁਤ ਨ ਜਨਮ ਅੜੀਆਂ। ਵੀ ਜਿਹੜੇ ਮਗਰ ਦੇ ਮਹੀਨੇ 'ਚ ਮਾਲਕ ਨੂੰ ਆਰਾਧਣਗੇ, ਜਿਹੜੇ ਉਹਦਾ ਸਿਮਰਨ ਕਰਨਗੇ, ਉਹ ਜਨਮ ਮਰਨ ਤੋਂ ਰਹਿਤ ਹੋ ਜਾਣਗੇ। ਆਹ ਹੁਣ ਜੋ ਅੱਜ ਦਾ ਮਹੀਨਾ ਸ਼ੁਰੂ ਹੋਇਆ ਮਗਰ ਦਾ, ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਪਰਮੇਸ਼ਰ ਨੂੰ ਆਰਾਧੋ, ਉਹਦਾ ਸਿਮਰਨ ਕਰੋ ਜੇ ਤੁਸੀਂ ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਆਉਣਾ ਚਾਹੁੰਦੇ। ਆਹੋ ਹੁਣ ਆਪਾਂ ਸਾਰਿਆਂ ਨੇ ਮਾਲਕ ਨੂੰ ਆਰਾਧਨਾ, ਉਹਦਾ ਸਿਮਰਨ ਕਰਨਾ। ਆਹੋ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਸਿਮਰਨ ਕਰਦੇ ਪਰਮਾਤਮਾ ਨੂੰ ਆਰਾਧਾਂਗੇ, ਵਾਹਿਗੁਰੂ ਨੂੰ, ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਮੱਘਰ ਦੇ ਮਹੀਨੇ ਵਿੱਚ ਮਾਲਕ ਦੀ ਆਰਾਧਨਾ ਕਰਦੇ, ਪਰਮੇਸ਼ਰ ਦੀ, ਉਹ ਫਿਰ ਇਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਉਹ ਦੁਬਾਰਾ ਜਨਮਾਂ ਦੇ ਵਿੱਚ, ਜੂਨਾਂ ਦੇ ਵਿੱਚ ਨਹੀਂ ਆਉਂਦੇ। ਹੁਣ ਇਹ ਫਿਰ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ, ਬਹਿੰਦੇ ਉੱਠਦੇ, ਕੰਮ ਕਾਰ ਕਰਦੇ, ਚੱਲਦੇ ਫਿਰਦੇ, ਇਹ ਆਪਾਂ ਸਿਮਰਨ ਦ੍ਰਿੜ ਕੀਤੀ ਜਾਣਾ ਹੁੰਦਾ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਡਾ ਸੁਭਾਅ ਬਣ ਜੇ। ਜਦੋਂ ਸਾਡਾ ਸੁਭਾਅ ਬਣ ਜਾਏਗਾ, ਸਹਿਜ ਸੁਭਾਅ ਸਾਡੇ ਮੁਖ 'ਚੋਂ ਵਾਹਿਗੁਰੂ ਹੀ ਨਿਕਲੇਗਾ। ਜਿਹੜੀ ਚੀਜ਼ ਸਾਡੇ ਹਿਰਦੇ 'ਚ ਵਸੀ ਹੁੰਦੀ ਉਹ ਮੁਖ ਰਾਹੀਂ ਬਾਹਰ ਨਿਕਲਦੀ। ਜਿਵੇਂ ਬੱਚਾ ਹੁੰਦਾ ਮਾਂ ਦੇ ਨਾਲ ਪਿਆਰ ਕਰਦਾ, ਜੇ ਉਹ ਚੱਲਦਾ ਵੀ ਅਚਾਨਕ ਉਹਦੇ ਠੋਕਰ ਲੱਗੇ, ਡਿੱਗ ਪਵੇ ਤੇ ਉਹਦੇ ਮੂੰਹ 'ਚੋਂ ਨਿਕਲਦਾ ਹਾਏ ਮਾਂ, ਕਿਉਂਕਿ ਉਹਦੇ ਅੰਦਰ ਵਸਿਆ ਹੋਇਆ, ਜਿਹੜੀ ਵਸੀ ਗੱਲ ਉਹ ਮੁਖ ਰਾਹੀਂ ਬਾਹਰ ਨਿਕਲਦੀ। ਹੁਣ ਜੇ ਸਾਡੇ ਹਿਰਦੇ 'ਚ ਵਾਹਿਗੁਰੂ ਵਸ ਜੇਗਾ, ਸਾਡੇ ਮੁਖ 'ਚੋਂ ਸਹਿਜ ਸੁਭਾਅ ਵਾਹਿਗੁਰੂ ਨਿਕਲੇਗਾ। ਸੋ ਜਦੋਂ ਵਾਹਿਗੁਰੂ ਸਾਡੇ ਮੁਖ 'ਚੋਂ ਨਿਕਲੇਗਾ ਤੇ ਵਾਹਿਗੁਰੂ ਉਦੋਂ ਹੀ ਹਾਜ਼ਰ ਹੋ ਜਾਏਗਾ, ਕਿਉਂਕਿ ਉਹ ਤਾਂ ਸੰਸਾਰੀ ਮਾਤਾ ਪਿਤਾ ਤਾਂ ਫਿਰ ਵੀ ਉੱਥੇ ਹਾਜ਼ਰ ਨਹੀਂ ਹੁੰਦੇ ਉਦੋਂ, ਪਰ ਵਾਹਿਗੁਰੂ ਜੋ ਸਾਡਾ ਮਾਤਾ ਪਿਤਾ ਉਹ ਉਦੋਂ ਹੀ ਹਾਜ਼ਰ ਹੈ, ਉਹ ਦੂਰ ਨਹੀਂ ਹੈ। ਜਿਹਨੂੰ ਮਹਾਰਾਜ ਕਹਿੰਦੇ ਹਾਜ਼ਰਾ ਹਜ਼ੂਰ ਹੈ, ਜ਼ਾਹਰਾ ਜ਼ਹੂਰ ਹੈ। ਜਦੋਂ ਹੀ ਅਸੀਂ ਉਹਦਾ ਨਾਂ ਲੈਂਦੇ ਹਾਂ ਉਦੋਂ ਹੀ ਹਾਜ਼ਰ ਹੈ ਸਾਹਮਣੇ, ਵੀ ਮੇਰਾ ਬੱਚਾ ਮੇਰਾ ਨਾਂ ਲੈ ਰਿਹਾ। ਸੋ ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹਨਾ, ਵਿਚਾਰਨਾ, ਖੋਜਣਾ ਧਿਆਨ ਦੇ ਨਾਲ। ਕੱਲ੍ਹ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਤੇ ਆਪਾਂ ਹੁਣ ਜਦੋਂ ਗੁਰਮੁਖ ਬਾਣੀ ਪੜ੍ਹਦੇ ਆਪਾਂ ਧਿਆਨ ਨਾਲ ਸੁਣਨਾ ਹੁੰਦਾ ਬਈ ਸਾਡੀ ਅਵਸਥਾ ਜਿਹੜੀ ਉਹ ਕਿੱਥੇ ਕੁ ਤੱਕ ਪਹੁੰਚੀ, ਕਿੰਨਾ ਕੁ ਅਸੀਂ ਸਫ਼ਰ ਤੈਅ ਕਰ ਲਿਆ, ਕਿੰਨਾ ਕੁ ਸਾਡਾ ਸਫ਼ਰ ਅਜੇ ਬਾਕੀ ਹੈ। ਇਹ ਸਾਰਾ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਦੱਸਿਆ ਹੋਇਆ, ਮਾਲਕ ਨੂੰ ਮਿਲਾਪ ਦਾ ਰਸਤਾ। ਤੇ ਇਸ ਕਰਕੇ ਅਸੀਂ ਗੁਰਬਾਣੀ ਨੂੰ ਪੜ੍ਹਨਾ ਹੁੰਦਾ ਤੇ ਸੁਣਨਾ ਹੁੰਦਾ ਬਈ ਤਾਂ ਕਿ ਸਾਨੂੰ ਇਹ ਭੇਤ ਆਉਂਦਾ ਜਾਵੇ ਬਈ ਸਾਡੀ ਸੁਰਤੀ ਨੇ ਕਿੰਨਾ ਕੁ ਸਫ਼ਰ ਤੈਅ ਕੀਤਾ, ਅਸੀਂ ਕਿੱਥੇ ਕੁ ਅਜੇ ਪਹੁੰਚੇ ਹਾਂ, ਕਿੱਥੇ ਕੁ ਸਾਡਾ ਮਨ ਬੈਠਾ ਹੈ, ਕਿੰਨਾ ਕੁ ਸਫ਼ਰ ਤੈਅ ਕੀਤਾ, ਕਿੰਨਾ ਕੁ ਬਾਕੀ ਹੈ, ਹਜੇ ਅੱਗੇ ਕਿਹੜੇ ਕਿਹੜੇ ਪੜਾਅ ਹੋਣੇ, ਉਹ ਸਾਰਾ ਫਿਰ ਆਪਾਂ ਨੂੰ ਦੱਸੀ ਜਾਂਦੇ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਸਹਿਜ ਦੇ ਨਾਲ ਬੈਠ ਕੇ ਧਿਆਨ ਨਾਲ ਸੁਣੋ ਤੇ ਆਪਣੇ ਆਪੇ ਦੀ ਪੜਚੋਲ ਕੀਤੀ ਜਾਓ ਅੰਦਰ ਦੀ। ਸੋ ਇਸ ਲਈ ਹੁਣ ਆਪਾਂ ਇਹ ਗੁਰਬਾਣੀ ਨੂੰ ਪੜ੍ਹਨਾ, ਖੋਜਣਾ ਤੇ ਸੁਣਨਾ, ਧਿਆਨ ਦੇ ਨਾਲ ਵਿਚਾਰਨਾ ਹੁੰਦਾ ਤਾਂ ਕਿ ਸਾਨੂੰ ਸਾਡਾ ਸਾਰਾ ਹੀ ਅੰਦਰ ਦਾ ਭੇਤ ਆ ਜੀ, ਸਾਡਾ ਮਨ ਧੋਤਾ ਜਾਵੇ, ਸ਼ੁੱਧ ਹੋ ਜੀ। ਅਤੇ ਵੱਧ ਤੋਂ ਵੱਧ ਹੀ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਆਪਾਂ ਨੂੰ ਲਾਹਾ ਹੈ। ਸਤਿਗੁਰੂ ਸਾਨੂੰ ਸਮਝਾਉਂਦੇ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੀ ਜੋ ਕੀਨੋ ਸੋ ਲਾਭ। ਬਈ ਜਿੰਨੀ ਅਸੀਂ ਸੰਗਤ ਕਰਾਂਗੇ ਸਾਨੂੰ ਲਾਭ ਹੀ ਲਾਭ ਹੋਣਾ, ਸਾਨੂੰ ਲਾਹਾ ਹੀ ਲਾਹਾ ਹੋਣਾ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਤਿਗੁਰੂ ਆਪਾਂ ਨੂੰ ਸਮਝਾ ਰਹੇ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਬੜਾ ਸੌਖਾ ਕਰਕੇ ਸਮਝਣ ਗੋਚਰਾ ਕਰਾਇਆ ਵੀ ਤਾਂ ਕਿ ਹਰ ਇੱਕ ਜੀਵ ਨੂੰ ਸਮਝ ਲੱਗ ਜੇ ਗੁਰਬਾਣੀ ਗੁਰੂ ਦੀ, ਤੇ ਜੋ ਸਾਡਾ ਅਸਲ ਮਕਸਦ ਹੈ ਪੂਰਾ ਹੋ ਸਕੇ। ਮਕਸਦ ਸਾਡਾ ਸਾਰਿਆਂ ਦਾ ਇੱਕੋ ਹੀ ਹੈ, ਮਾਲਕ ਨੂੰ ਮਿਲਣਾ। ਇਹੋ ਆਪਾਂ ਨੂੰ ਸੰਸਾਰ 'ਚ ਸਮਝਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਆਏ, ਜਿਨ੍ਹਾਂ ਦਾ ਹੁਣ ਆਪਾਂ ਇਹ ਗੁਰਪੁਰਬ ਮਨਾਉਣਾ ਹੈ।
ਗੁਰਮੁਖਾਂ ਦੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਸਾਨੂੰ ਤਾਂਹੀਓ ਮੁਬਾਰਕ ਨੇ ਜੇ ਅਸੀਂ ਉਹਨਾਂ ਦੇ ਬਚਨ ਮੰਨਦੇ ਹਾਂ। ਜੇ ਅਸੀਂ ਉਹਨਾਂ ਦਾ ਬਚਨ ਮੰਨਾਂਗੇ, ਕਹਿਣਾ ਮੰਨਾਂਗੇ, ਤੇ ਅਸੀਂ ਸਦਾ ਲਈ ਅਮਰ ਹੋ ਜਾਵਾਂਗੇ। ਜੇ ਅਸੀਂ ਉਹਨਾਂ ਦਾ ਬਚਨ ਹੀ ਨਹੀਂ ਕਮਾਉਂਦੇ, ਕਹਿਣਾ ਮੰਨਦੇ ਨਹੀਂ, ਫਿਰ ਸਾਡਾ ਜੀਵਨ ਜਿਹੜਾ ਉਹ ਮਨਮੁਖਾਂ ਵਾਲਾ ਹੁੰਦਾ, ਵੈਰ ਵਿਰੋਧ ਵਾਲਾ, ਈਰਖਾ ਨਫ਼ਰਤ ਵਾਲਾ, ਹਉਮੈ ਹੰਕਾਰ ਵਾਲਾ। ਫਿਰ ਅਸੀਂ ਦੁਰਮਤ ਦੀ ਅਗਨ 'ਚ ਸੜਦੇ ਹੀ ਰਹਿੰਦੇ। ਜੇ ਅਸੀਂ ਉਹਨਾਂ ਦੇ ਬਚਨ ਮੰਨਾਂਗੇ ਤੇ ਸਾਡਾ ਜੀਵਨ ਬੜਾ ਸੌਖਾ ਹੋ ਜਾਏਗਾ, ਬੜਾ ਸੁਖਾਲਾ ਹੋ ਜਾਏਗਾ। ਸੋ ਇਸ ਲਈ ਹੁਣ ਆਪਾਂ ਸਤਿਗੁਰਾਂ ਦੇ ਦੱਸੇ ਮਾਰਗ 'ਤੇ ਚੱਲਣਾ। ਸੋ ਇੰਨੀਆਂ ਹੀ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।